students, next topic of rank correlation is the method when rank are equal. So when ranks are equal, the values are equal, then how to assign rank? So we have this method that assign average rank to each equal value. तो ਤੁਸੀਂ ਕੀ ਕਰਨਾ ਆ, ਐਵਰੇਜ ਰੈਂਕ ਕੱਢ ਲੈਣਾ ਕਿ ਕਿਹੜਾ ਰੈਂਕ ਉਸ ਆਰਡਰ 'ਚ ਆਉਣਾ ਸੀ, ਉਹਦਾ ਐਵਰੇਜ ਨਿਕਾਲ ਕੇ ਹਰ ਇੱਕ ਇਕੁਅਲ ਵੈਲਿਊ ਨੂੰ ਸੇਮ ਰੈਂਕ ਅਲਾਟ ਕਰ ਦੇਣਾ, ਕਿਹੜੇ ਵਾਲਾ, ਐਵਰੇਜ ਵਾਲਾ। ਉਸ ਤੋਂ ਬਾਅਦ ਜਿਹੜੀ ਨੈਕਸਟ ਵੈਲਿਊ ਆਏਗੀ, ਇਕੁਅਲ ਵੈਲਿਊਜ਼ ਤੋਂ ਬਾਅਦ ਜਿਹੜੀ ਨੈਕਸਟ ਵੈਲਿਊ ਆਏਗੀ, ਉਹਨੂੰ ਆਪਾਂ ਜਿਹੜਾ ਰੈਂਕ ਆਉਣਾ ਸੀ ਉਹਦਾ ਵੈਸੇ ਹੀ ਜਿਹੜੀ ਉਹਦੀ ਪੋਜੀਸ਼ਨ ਸੀ ਉਹਦੇ ਅਕੋਰਡਿੰਗਲੀ ਰੈਂਕ ਆਪਾਂ ਨਾਰਮਲੀ ਤਰੀਕੇ ਨਾਲ ਉਹਨੂੰ ਅਸਾਈਨ ਕਰਨਾ ਹੈ। ਇਹ ਤੁਹਾਨੂੰ ਸਮਝ ਆਏਗਾ ਅੱਛੇ ਤਰੀਕੇ ਨਾਲ ਜਦੋਂ ਆਪਾਂ ਇੱਕ ਐਗਜ਼ਾਮਪਲ ਲਵਾਂਗੇ। ਸੋ ਦੇਖੋ ਪਹਿਲਾਂ ਇਹਦਾ ਫਾਰਮੂਲਾ। ਸੋ ਫਾਰਮੂਲਾ ਕੀ ਹੈ, ਰੈਂਕ ਕੋਰਿਲੇਸ਼ਨ ਜਿਹਨੂੰ ਰੋ ਕਹਿੰਦੇ ਆ, ਵਿਚ ਇਜ਼ ਇਕੁਅਲ ਟੂ 1 - 6 ਸਿਗਮਾ ਡੀ ਸਕੇਅਰ ਹੈ ਪਹਿਲੀ ਸੀ ਵੈਲਿਊਜ਼। ਇਸ ਤੋਂ ਬਾਅਦ ਆਹ ਵੈਲਿਊਜ਼ ਇਹਦੇ ਵਿੱਚ ਐਡ ਹੋਈਆਂ ਆ ਟੂ ਐਡਜਸਟ ਦੀ ਇਕੁਅਲ ਰੈਂਕ। ਅਤੇ ਇਕੁਅਲ ਰੈਂਕ ਨੂੰ ਆਪਾਂ ਐਡਜਸਟ ਕਰਨ ਦੇ ਲਈ ਇਹਨਾਂ ਵੈਲਿਊਜ਼ ਨੂੰ ਐਡ ਕਰਦੇ। ਵੈਲਿਊ ਹੈ ਕਿ M1 ਹੈ, ਨੰਬਰ ਆਫ ਟਾਈਮਸ ਫਸਟ ਵੈਲਿਊ ਇਜ਼ ਰਿਪੀਟਡ। ਮਤਲਬ ਜਦੋਂ ਤੁਸੀਂ ਦੇਖੋਗੇ ਨਾ ਕਿ ਜਦੋਂ X ਅਤੇ Y ਦੇ ਵਿੱਚ ਜਿਹੜੀਆਂ ਵੈਲਿਊ ਰਿਪੀਟ ਹੋ ਰਹੀਆਂ, ਇੱਕ ਵੈਲਿਊ ਕਿੰਨੀ ਵਾਰ ਰਿਪੀਟ ਹੋ ਰਹੀ ਹੈ, ਉਹ ਸਾਡਾ M1 ਹੈ। ਫਿਰ ਕੋਈ ਹੋਰ ਵੈਲਿਊ ਵੀ ਅਗਰ ਰਿਪੀਟ ਹੋ ਰਹੀ ਹੈ, ਉਹ ਕਿੰਨੇ ਟਾਈਮਸ ਰਿਪੀਟ ਹੋ ਰਹੀ ਹੈ, ਉਹ ਸਾਡਾ M2 ਆ ਜਾਏਗਾ। ਇਸੇ ਤਰੀਕੇ ਨਾਲ ਜਿੰਨੀਆਂ ਵੀ ਵੈਲਿਊਜ਼ ਰਿਪੀਟ ਹੋਣਗੀਆਂ ਉਹਦੇ ਅਕੋਰਡਿੰਗਲੀ ਆਪਾਂ M1 M2 M3 ਲਵਾਂਗੇ ਕਿ ਕਿੰਨੇ ਟਾਈਮਸ ਈਚ ਵੈਲਿਊ ਰਿਪੀਟ ਹੁੰਦੀ ਆ, ਅਤੇ ਉਹ ਆਪਾਂ ਇਹਦੇ 'ਚ ਪੁੱਟ ਕਰ ਦਾਂਗੇ। ਬਾਕੀ ਤੁਹਾਨੂੰ ਪਤਾ ਹੀ ਹੈ, N ਨੰਬਰ ਆਫ ਆਬਜ਼ਰਵੇਸ਼ਨ ਹੁੰਦਾ, D ਡਿਫਰੈਂਸ ਇਨ ਰੈਂਕ ਦਾ ਸਕੁਆਇਰ ਹੈ। ਤਾਂ ਇਹ ਫਾਰਮੂਲੇ 'ਚ ਸਾਰੇ ਵੈਲਿਊਜ਼ ਪੁੱਟ ਕਰਕੇ ਸਾਡੇ ਕੋਲ ਰੈਂਕ ਆ ਜਾਏਗਾ ਇਨ ਕੇਸ ਰੈਂਕਸ ਆਰ ਇਕੁਅਲ ਜਾਂ ਵੈਲਿਊਜ਼ ਆਰ ਇਕੁਅਲ, ਉਹਦੇ ਲਈ ਇਹ ਫਾਰਮੂਲਾ ਹੈ। ਤਾਂ ਹੁਣ ਆਪਾਂ ਦੇਖਦੇ ਹਾਂ ਕੁਐਸਚਨ। ਹੁਣ ਦੇਖੋ ਇਸ ਕੁਐਸਚਨ ਦੇ ਵਿੱਚ ਸਾਡੇ ਕੋਲ X ਅਤੇ Y ਦੀਆਂ ਵੈਲਿਊਜ਼ ਦਿੱਤੀਆਂ ਹੋਈਆਂ। ਅਸੀਂ ਇਹਨੂੰ ਨਾਰਮਲ ਤਰੀਕੇ ਨਾਲ ਰੈਂਕ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਗਰ, ਤਾਂ ਤੁਸੀਂ ਦੇਖੋ ਕਿ ਜਦੋਂ ਆਪਾਂ ਇਹਨੂੰ ਰੈਂਕ ਅਸਾਈਨ ਕਰਨਾ ਆ ਤਾਂ ਇਹਦੇ ਵਿੱਚ ਆ ਦੇਖੋ 28 ਜਿਹੜਾ ਹੈ 2 ਵਾਰੀ ਆ ਰਿਹਾ, ਰਿਪੀਟ ਹੋ ਰਿਹਾ। ਇਹਦੇ 27 2 ਵਾਰੀ ਆ ਰਿਹਾ, 29 3 ਟਾਈਮਸ ਆ ਰਿਹਾ। ਤਾਂ ਆਪਣੇ ਕੋਲ ਇਹਦੇ ਵਿੱਚ ਪਹਿਲਾਂ ਤਾਂ ਦੇਖਣਾ ਕਿ ਰੈਪੀਟੀਸ਼ਨ ਵਾਲੀਆਂ 3 ਵੈਲਿਊਜ਼ ਹੀ ਆ। ਇੱਕ 28 ਹੈ ਜਿਹੜਾ ਕਿ 2 ਵਾਰੀ ਆ ਰਿਹਾ, ਇਸ ਕਰਕੇ ਪਹਿਲੀ ਵੈਲਿਊ ਦੇ ਅਕੋਰਡਿੰਗਲੀ M1 2 ਆ ਜਾਏਗਾ। 2 ਇਸ ਲਈ ਕਿਉਂਕਿ 2 ਵਾਰੀ ਆ ਰਿਹਾ। ਇੱਦਾਂ Y ਵਾਲੀ ਵੈਲਿਊਜ਼ ਦੇ ਵਿੱਚ 27 ਅਤੇ 29 ਰਿਪੀਟ ਹੋ ਰਿਹਾ, 27 2 ਵਾਰੀ ਆਉਂਦਾ ਆ, ਇਸ ਕਰਕੇ M2 ਦੀ ਵੈਲਿਊ ਹੋ ਗਈ 2, ਅਤੇ 29 3 ਟਾਈਮਸ ਆਉਂਦਾ, ਇਸ ਕਰਕੇ M3 ਦੀ ਵੈਲਿਊ ਹੋ ਗਈ 3 ਦੇ ਇਕੁਅਲ। ਕਿੰਨੇ ਟਾਈਮਸ ਕੋਈ ਵੈਲਿਊ ਰਿਪੀਟ ਹੋ ਰਹੀ ਆ ਉਹਦੇ ਅਕੋਰਡਿੰਗਲੀ 2 3 4 ਇਸ ਤਰੀਕੇ ਨਾਲ ਅਸੀਂ ਵੈਲਿਊਜ਼ ਦੇਣੀਆਂ। ਇਹ ਆ ਗਿਆ ਸਾਡੇ ਕੋਲ। ਹੁਣ ਅਸੀਂ ਟੇਬਲ ਇਹਦਾ ਕੰਪਲੀਟ ਕਰਨਾ ਆ। ਉਹਦੇ ਲਈ ਪਹਿਲਾਂ ਇਸ ਤਰੀਕੇ ਨਾਲ ਵਰਟੀਕਲੀ ਆਪਾਂ ਲਿਖ ਲਿਆ X ਅਤੇ Y ਦੀਆਂ ਵੈਲਿਊਜ਼ ਨੂੰ। ਹੁਣ ਇਹਦੇ ਵਿੱਚ ਆਪਾਂ ਜਦੋਂ ਰੈਂਕ ਅਸਾਈਨ ਕਰਨਾ ਆ X ਵਾਲੀ ਵੈਲਿਊਜ਼ ਨੂੰ, ਦੇਖੋ ਸਭ ਤੋਂ ਵੱਡੀ ਵੈਲਿਊ ਹੈਗੀ ਆ 36, ਇਹਦਾ ਰੈਂਕ ਆ ਜਾਏਗਾ 1, ਠੀਕ ਹੈ। ਫਿਰ ਉਸ ਤੋਂ ਬਾਅਦ ਹੈ 35, ਰੈਂਕ 2 ਆ ਗਿਆ ਇਹਦਾ, ਅਤੇ ਇਹਦੀ ਰੈਂਕ 3, ਰੈਂਕ 4, ਰੈਂਕ 5 ਅਤੇ ਰੈਂਕ 6 ਤੱਕ ਇਸੇ ਤਰੀਕੇ ਨਾਲ ਆ ਗਿਆ 29 ਤੱਕ। ਉਸ ਤੋਂ ਬਾਅਦ 28 ਜਿਹੜੀ ਵੈਲਿਊ ਹੈ, 6 ਤੋਂ ਬਾਅਦ ਰੈਂਕ ਆਉਣਾ ਸੀਗਾ 7, ਅਤੇ ਉਹ ਤੋਂ ਅਗਲਾ ਰੈਂਕ ਆਉਣਾ ਸੀ 8। ਕਿਉਂਕਿ ਦੋ ਵੈਲਿਊਜ਼ ਆ ਸੇਮ ਆ, ਤਾਂ ਦੋਨਾਂ ਦਾ ਰੈਂਕ ਦੀ ਜਿਹੜੀ ਪੋਜੀਸ਼ਨ ਹੈ ਉਹ ਜਾਂ ਤਾਂ 7 ਆਪਾਂ ਰੈਂਕ ਸੇਮ ਦਈਏ, ਹੈ ਨਾ, ਸੇਮ ਰੈਂਕ ਹੋ ਗਿਆ, ਤਾਂ ਫਿਰ ਆਪਾਂ ਇਹਨੂੰ ਦੋਨਾਂ ਨੂੰ 7 ਦੇ ਦਿੱਤਾ, ਤਾਂ ਫਿਰ ਕੀ ਹੋ ਗਿਆ, ਅਗਲਾ ਰੈਂਕ 8 ਅਤੇ ਇਹਦਾ 9 ਇਸ ਤਰੀਕੇ ਨਾਲ ਆਏਗਾ ਨਾ। ਤਾਂ 9 ਰੈਂਕ ਹੋਏ ਜਦੋਂ ਕਿ ਸਾਡੇ ਕੋਲ ਵੈਲਿਊ 10 ਹੈ, ਆਪਾਂ 10 ਰੈਂਕ ਦੇਣੇ ਆ। ਇਸ ਕਰਕੇ ਆਪਾਂ ਕੀ ਕਰਾਂਗੇ ਇਹਦੇ ਵਿੱਚ ਕਿ ਜਿਹੜੀ ਰਿਪੀਟ ਵੈਲਿਊਜ਼ ਆ ਇਹਦਾ ਰੈਂਕ ਆਰਡਰ 'ਚ 7 ਅਤੇ 8 ਆਉਣਾ ਸੀ, ਤਾਂ ਆਪਾਂ 7 ਅਤੇ 8 ਦਾ ਸਮ ਕਰਕੇ ਉਹਦਾ ਜਿਹੜਾ ਹਾਫ ਕਰ ਲਾਂਗੇ। ਹਾਫ ਇਸ ਲਈ ਆਪਾਂ ਐਵਰੇਜ ਲੈਣੀ, ਦੋ ਵੈਲਿਊਜ਼ ਆ, ਦੋਨਾਂ ਦੀ ਐਵਰੇਜ ਜਿਹੜੀ ਹੈ ਉਹ ਆ ਜਾਏਗੀ 7.5। ਇਸ ਕਰਕੇ ਆਪਾਂ ਇਹਨੂੰ ਰੈਂਕ ਦੋਨੋਂ ਵੈਲਿਊ ਨੂੰ 7.5 7.5 ਰੈਂਕ ਦੇਵਾਂਗੇ। ਅਤੇ ਅਗਲਾ ਰੈਂਕ ਜਿਹੜਾ ਆ, ਕਿਉਂਕਿ ਆਪਾਂ 7 ਅਤੇ 8 ਇਹਨਾਂ ਦੋਨਾਂ ਦਾ ਜਿਹੜਾ ਰੈਂਕ ਆਉਣਾ ਸੀ ਨਾ ਉਹਦਾ ਐਵਰੇਜ ਕਰ ਲਿਆ। ਹੁਣ ਅਗਲਾ ਰੈਂਕ ਸਾਡੇ ਕੋਲ 8 ਨਹੀਂ ਹੋਊਗਾ, 7.5 ਤੋਂ ਬਾਅਦ ਅਗਲਾ ਰੈਂਕ ਹੋਏਗਾ 9, ਕਿਉਂਕਿ 7 ਅਤੇ 8 ਆਪਾਂ ਯੂਜ਼ ਕਰ ਲਏ ਆ, ਠੀਕ ਹੈ। ਤਾਂ ਅਗਲਾ ਰੈਂਕ ਇੱਥੇ 9 ਆ ਜਾਏਗਾ ਅਤੇ ਇੱਥੇ 10 ਰੈਂਕ ਆ ਜਾਏਗਾ ਉੱਪਰ, ਠੀਕ ਹੈ। ਇਸੇ ਤਰੀਕੇ ਨਾਲ ਆਪਾਂ ਜਦੋਂ Y ਦੀ ਵੈਲਿਊਜ਼ ਦੇਖਦੇ ਹਾਂ, Y ਦੇ ਵਿੱਚ ਸਭ ਤੋਂ ਮੈਕਸੀਮਮ ਵੈਲਿਊ ਹੈਗੀ 29, ਲੇਕਿਨ 29 ਵੀ ਸਾਡੇ ਕੋਲ 3 ਟਾਈਮਸ ਆਉਂਦਾ ਆ। ਤਾਂ 3 ਟਾਈਮਸ ਦੇ ਲਈ ਪਹਿਲਾਂ ਕਿਉਂਕਿ ਸਭ ਤੋਂ ਵੱਡੀ ਵੈਲਿਊ ਦਾ ਰੈਂਕ 1 ਆਉਣਾ ਸੀ, ਉਸ ਤੋਂ ਬਾਅਦ ਵਾਲੀ ਦਾ 2 ਆਉਣਾ ਸੀ, ਉਸ ਤੋਂ ਬਾਅਦ ਦਾ 3 ਆਉਣਾ ਸੀ, ਅਤੇ 3 ਵੈਲਿਊਜ਼ ਕਿਉਂਕਿ ਇਕੁਅਲ ਹੈ, ਤਿੰਨਾਂ ਦਾ ਆਪਾਂ ਐਵਰੇਜ ਕੱਢ ਲੈਣਾ। ਕਿਉਂਕਿ ਹੁਣ 3 ਇਕੁਅਲ ਸੀ, ਪਹਿਲਾਂ 2 ਇਕੁਅਲ ਸੀ, ਤਾਂ 2 ਦਾ ਐਵਰੇਜ, ਹੁਣ 3 ਦਾ ਐਵਰੇਜ ਕੀ ਆਊਗਾ, ਕਿਉਂਕਿ 3 ਵੈਲਿਊਜ਼ ਹੈ ਤਾਂ 3 ਦੇ ਐਵਰੇਜ ਲਈ 3 ਨਾਲ ਡਿਵਾਈਡ ਕਰਾਂਗੇ।
ਤੇ ਵੈਲਿਊ ਆ ਗਈ 2। ਇਹਦਾ ਮਤਲਬ ਜਿਹੜੀਆਂ ਇਕੁਅਲ ਵੈਲਿਊਜ਼ ਆ ਇਹਨਾਂ ਸਾਰਿਆਂ ਦਾ ਰੈਂਕ ਆਪਾਂ ਸੇਮ ਦੇਣਾ। ਐਵਰੇਜ ਰੈਂਕ ਕੀ ਆ ਗਿਆ 2 2 2। ਹੁਣ ਆਪਾਂ 2 ਜਿਹੜਾ ਕੱਢਿਆ 1 2 3 ਤਿੰਨੋਂ ਰੈਂਕ ਆਪਾਂ ਯੂਜ਼ ਕਰਕੇ ਕੱਢਿਆ ਨਾ, ਤਾਂ ਹੁਣ ਅਗਲਾ ਰੈਂਕ ਆਊਗਾ 4 ਕਿਉਂਕਿ 1 2 3 ਯੂਜ਼ ਹੋ ਗਏ ਆ। ਤਾਂ 4 ਰੈਂਕ ਕਿਹੜਾ ਆ ਗਿਆ, ਇਹ ਤੋਂ ਛੋਟੀ ਜਿਹੜੀ ਵੈਲਿਊ ਜਿੱਦਾਂ ਕਿ 28 ਹੈ, ਇਹਦਾ ਰੈਂਕ 4 ਆ ਜਾਏਗਾ। 27 ਹੁਣ ਦੇਖੋ 27 ਦੋ ਵਾਰੀ ਆ ਰਿਹਾ, ਇੱਥੇ ਵੀ 27 ਇੱਥੇ ਵੀ 27 ਹੈ। ਤਾਂ 27 ਦਾ ਜਿਹੜਾ ਰੈਂਕ ਹੋਏਗਾ ਪੋਜੀਸ਼ਨ ਵਾਈਜ਼ ਇਹਦਾ 5 ਤੇ 6 ਰੈਂਕ ਦੋ ਵੈਲਿਊ ਦੇ ਅਕੋਰਡਿੰਗ ਲਿਆਣੇ ਆ। ਫਿਰ ਇਹਨਾਂ ਦੀ ਐਵਰੇਜ ਕੱਢੋਗੇ ਤਾਂ ਇਹ ਆ ਜਾਏਗੀ 5.5। ਇਸ ਕਰਕੇ 27 ਵਾਲੀ ਵੈਲਿਊ ਨੂੰ ਰੈਂਕ ਆਏਗਾ 5.5, ਇੱਥੇ ਵੀ 5.5 ਆ ਜਾਣਾ। ਤੇ 27 ਤੋਂ ਬਾਅਦ ਨੈਕਸਟ ਜਿਹੜੀ, ਕਿਉਂਕਿ 5 6 ਰੈਂਕ ਯੂਜ਼ ਹੋ ਗਿਆ, ਹੁਣ ਆਪਾਂ ਲਿਖਣਾ 7 ਰੈਂਕ। 27 ਤੋਂ ਜਿਹੜੀ ਨੈਕਸਟ ਛੋਟੀ ਵੈਲਿਊ ਹੈ ਉਹਦਾ ਰੈਂਕ ਆਏਗਾ 7 ਤੇ ਉਹ ਆ 22 ਦਾ 7 ਆ ਜਾਏਗਾ। ਫਿਰ ਇੱਥੇ 8 ਆ ਜਾਣਾ। ਤੇ ਨਾ ਹੁਣ ਰੈਂਕ ਕਿਸ ਤਰੀਕੇ ਨਾਲ ਆਪਾਂ ਲੈਣੇ ਆ ਦੇਖਣ ਤੋਂ ਬਾਅਦ ਆ ਦੇਖੋ ਇਹਦਾ ਰੈਂਕ ਆ ਗਿਆ। ਦੋ ਵੈਲਿਊ ਜਿਹੜੀ 28 ਹੈ 7.5 ਆ ਗਿਆ। ਜਿਹੜੀਆਂ ਤਿੰਨ ਵੈਲਿਊਜ਼ ਆ ਇਕੁਅਲ ਸੀ 29 ਇਹਨਾਂ ਦਾ ਐਵਰੇਜ ਰੈਂਕ ਹੈ 2 2 2। ਠੀਕ ਹੈ। ਤਾਂ ਇਸੇ ਤਰੀਕੇ ਨਾਲ ਜਿਹੜੀ 27 ਇੱਕ ਵੈਲਿਊ ਹੈ ਜਿਹੜੀ ਇਕੁਅਲ ਹੈ ਉਹਦਾ ਰੈਂਕ ਆ ਗਿਆ 5.5। ਠੀਕ ਹੈ। ਤਾਂ ਇਹ ਰੈਂਕ ਜਿਹੜੇ ਆ ਕੰਪਲੀਟ ਹੋ ਗਏ ਐਵਰੇਜ ਰੈਂਕ ਦੇਣ ਤੋਂ ਬਾਅਦ। ਤੇ ਹੁਣ ਉਸ ਤੋਂ ਬਾਅਦ ਜਿਹੜਾ ਕੰਮ ਹੈ ਸਾਡਾ ਸੇਮ ਆ ਰੈਂਕ ਫਾਈਂਡ ਆਊਟ ਕਰ ਲਿਆ, ਐਵਰੇਜ ਰੈਂਕ ਇੱਧਰ ਕਿ ਆਪਾਂ ਦੋਨੋਂ ਰੈਂਕ ਦਾ ਡਿਫਰੈਂਸ ਕਰ ਲੈਣਾ ਹੈ। ਡਿਫਰੈਂਸ ਟੇਬਲ ਆ ਗਿਆ, ਫਿਰ ਡਿਫਰੈਂਸ ਦਾ ਸਕੁਆਇਰ ਕਰ ਲਿਆ ਇੱਥੇ ਔਰ ਉਹਦਾ ਸਮ ਕਰ ਲਿਆ। ਸਾਡੇ ਕੋਲ ਸਿਗਮਾ ਡੀ ਸਕੇਅਰ ਦੀ ਵੈਲਿਊ ਆ ਗਈ ਦਿਸ ਵਨ। ਤਾਂ ਸਿਗਮਾ ਡੀ ਸਕੇਅਰ ਆ ਗਿਆ। ਹੁਣ ਆਪਾਂ ਫਾਰਮੂਲੇ 'ਚ ਸਾਰੀਆਂ ਵੈਲਿਊਜ਼ ਪੁੱਟ ਕਰ ਦੇਣੀਆਂ। ਤਾਂ ਫਾਰਮੂਲਾ ਆਪਾਂ ਪਹਿਲਾਂ ਵੀ ਦੇਖਿਆ ਸੀ। ਹੁਣ ਫਿਰ ਦੇਖੋ ਇਹਦੇ ਵਿੱਚ ਆਪਾਂ ਵੈਲਿਊ ਸਿਗਮਾ ਡੀ ਸਕੇਅਰ ਸਿਗਮਾ ਡੀ ਸਕੇਅਰ 25.5 ਸੀਗਾ, ਇਹ ਪੁੱਟ ਕਰ ਦਿੱਤਾ। ਫਿਰ ਆ M1 M2 M3 ਤਿੰਨ ਵੈਲਿਊਜ਼ ਰਿਪੀਟ ਹੋ ਰਹੀਆਂ, ਦੋ ਵੈਲਿਊ 2 ਵਾਰੀ ਰਿਪੀਟ ਹੋ ਰਹੀਆਂ ਤੇ ਇੱਕ ਵੈਲਿਊ 3 ਟਾਈਮਸ ਰਿਪੀਟ ਹੋ ਰਹੀ ਹੈ। ਉਹਦੇ ਅਕੋਰਡਿੰਗਲੀ ਆਪਾਂ M1 ਜਿਹੜਾ ਆ ਸਾਡੇ ਕੋਲ 2 ਸੀ, M2 ਸਾਡੇ ਕੋਲ ਸੀ 2 ਤੇ M3 ਦੀ ਵੈਲਿਊ 3 ਦੇ ਬਰਾਬਰ ਸੀ। ਇਹ ਵੈਲਿਊਜ਼ ਤਿੰਨੋਂ ਪੁੱਟ ਕਰ ਦਿੱਤੀਆਂ ਇੱਥੇ ਔਰ ਇਹਨੂੰ ਸਿੰਪਲੀਫਾਈ ਕਰਦੇ ਵੀ ਗੈਟ ਦਿਸ ਥਿੰਗ। ਔਰ ਉਸ ਤੋਂ ਬਾਅਦ ਇਹਨੂੰ ਕੈਲਕੂਲੇਟ ਕਰਨ ਤੋਂ ਬਾਅਦ ਸਾਡੇ 0.83 ਜਿਹੜਾ ਅਪਰੋਕਸੀਮੇਟ ਰੈਂਕ ਕੋਰਿਲੇਸ਼ਨ ਆ ਜਾਂਦੀ ਹੈ ਇਨ ਕੇਸ ਆਫ equal ranks. So this is the method. I hope you understand.